ਸਤਿ ਸ਼੍ਰੀ ਅਕਾਲ। ਇੰਡੀਆ ਪਲੱਸ USA ਦੇਖ ਰਹੇ ਸਭ ਦਰਸ਼ਕਾਂ ਦਾ ਮੈਂ ਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਇੰਡੀਆ ਪਲੱਸ USA ਦੀ ਪੂਰੀ ਟੀਮ ਵੱਲੋਂ ਨਵੇਂ ਸਾਲ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੇ। ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਗਲ 'ਚ ਪਾਇਆ ਗਿਆ ਜੁੱਤੀਆਂ ਦਾ ਹਾਰ। ਜੰਮੂ ਕਸ਼ਮੀਰ ਦੇ ਮਾਤਾ ਵੈਸ਼ਨੋ ਦੇਵੀ ਮੰਦਿਰ 'ਚ ਮਚੀ ਭਗਦੜ, 12 ਲੋਕਾਂ ਦੀ ਹੋਈ ਮੌਤ, ਕਈ ਜ਼ਖਮੀ। ਸਾਨੂੰ ਕੋਈ 9/11 ਨਹੀਂ ਚਾਹੀਦਾ, ਜੇ ਭੇਜਿਆ ਤਾਂ ਅਸੀਂ ਉਸ ਦਾ ਧੂਆਂ ਕੱਢ ਦਿਆਂਗੇ। ਸਿੱਧੂ ਮੂਸੇਵਾਲਾ ਖਿਲਾਫ ਮਾਨਸਾ 'ਚ ਵੱਡੀ ਬਗਾਵਤ। ਨਵੇਂ ਸਾਲ ਤੇ PM ਮੋਦੀ ਵੱਲੋਂ 10 ਕਰੋੜ ਕਿਸਾਨਾਂ ਦੇ ਖਾਤੇ ਵਿੱਚ 20,000 ਕਰੋੜ ਟ੍ਰਾਂਸਫਰ। ਨਵੇਂ ਸਾਲ ਤੇ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ, ਹਰਸਿਮਰਤ ਕੌਰ ਬਾਦਲ ਨੇ ਦਿੱਤੀ ਵਧਾਈ। ਨਵੇਂ ਸਾਲ ਤੇ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ, ਸੁਖਬੀਰ ਬਾਦਲ ਨੇ ਦਿੱਤੀ ਵਧਾਈ। ਵਿਕਰਮ ਮਜੀਠੀਆ ਦੇ ਹੱਕ 'ਚ ਸੜਕਾਂ ਤੇ ਉਤਰੇ ਯੂਥ ਅਕਾਲੀ ਦਲ ਦੇ ਵਰਕਰ। ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਗਲ 'ਚ ਪਾਇਆ ਗਿਆ ਜੁੱਤੀਆਂ ਦਾ ਹਾਰ। ਲੁਧਿਆਣਾ ਦੇ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਦਾ ਇੱਕ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿੱਥੇ ਪੇਰੈਂਟਸ ਐਸੋਸੀਏਸ਼ਨ ਵੱਲੋਂ ਪਹਿਲਾਂ ਉਸ ਨੂੰ ਫੁੱਲਾਂ ਦੇ ਹਾਰ ਪਹਿਨਾਏ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਜੁੱਤੀਆਂ ਦਾ ਹਾਰ ਵੀ ਪਹਿਨਾ ਦਿੱਤਾ ਗਿਆ ਹੈ। DEO ਬੜੀ ਖੁਸ਼ੀ ਨਾਲ ਇਹ ਹਾਰ ਗਲ ਵਿੱਚ ਪਹਿਨਾ ਰਿਹਾ ਹੈ। ਉਹਨਾਂ ਨੂੰ ਬੜੀ ਦੇਰ ਬਾਅਦ ਇਸ ਗੱਲ ਦਾ ਪਤਾ ਲੱਗਾ। ਦਰਅਸਲ ਇੱਕ ਸਕੂਲ ਵਿੱਚ ਬੱਚਿਆਂ ਨਾਲ ਕੀਤੀਆਂ ਜਾ ਰਹੀਆਂ ਅਸ਼ਲੀਲ ਹਰਕਤਾਂ ਖਿਲਾਫ ਪੇਰੈਂਟਸ ਐਸੋਸੀਏਸ਼ਨ ਵੱਲੋਂ DEO ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਇਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਰੋਸ ਵਜੋਂ ਲੁਧਿਆਣਾ ਦੇ ਪੇਰੈਂਟਸ ਐਸੋਸੀਏਸ਼ਨ ਨੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਇਆ। ਇਨਕੁਆਇਰੀ ਤਾਂ ਕਰਾਤੀ ਆ ਹਾਲੇ ਤੱਕ ਰਿਪੋਰਟਾਂ ਕਿੱਥੇ ਨੇ? ਹੁਣ ਭੇਜਿਆ ਕੀ ਭੇਜਿਆ ਅੱਗੇ ਕੀ ਐਕਸ਼ਨ ਲਿਆ ਤੁਸੀਂ? ਉਹ ਬੰਦਾ ਅੱਗੇ ਬਦਲ ਦਿੱਤਾ, ਅੱਗੇ ਉਹਨੂੰ ਤੁਸੀਂ ਵੌਇਸ ਦੇ ਵਿੱਚ ਪਾਤਾ। ਗਲਤ ਗੱਲ ਆ ਸਾਰੇ ਤੁਹਾਡੀ, ਬਹੁਤ ਗਲਤ ਹੈ। ਇਨਕੁਆਇਰੀ ਤਾਂ DM ਸਾਹਿਬ ਤੋਂ ਲੱਗੀ ਹੈ, ਤੁਹਾਡੇ ਕੋਲ ਇਨਕੁਆਇਰੀ ਨਹੀਂ ਨਾ ਲੱਗੀ। ਇਸ ਲਈ ਅੱਜ ਤੋਂ ਬਾਅਦ ਅਸੀਂ ਕੁੜੀਆਂ ਦਾ ਮਾਮਲਾ ਕਮਰੇ 'ਚ ਨਹੀਂ ਆਵਾਂਗੇ ਕਿ ਉਹਦੇ ਉੱਤੇ ਖਤਮ ਹੋ ਗਿਆ ਕੰਮ। ਉਹ ਲੈ ਸਾਰੇ ਨਹੀਂ ਹੈ ਸਰ, ਸਾਡੀ ਵੀ ਰਹਿ ਜੂਗੀ ਸਰ, ਸਾਡੀ ਵੀ ਰਹਿ ਜੂਗੀ। ਜਦੋਂ ਵੀ ਕੱਟੋ ਨਾਲ ਹੋ ਜਾ ਭਾਜੀ, ਨਾਲ ਆਓ ਆਓ। ਹੋ ਗਿਆ ਜੀ, ਹੋ ਗਿਆ ਜੀ, ਹੋ ਗਿਆ। ਚਲੋ ਇਹ ਪਿਆਰ ਹੈ ਜੀ ਸਾਡਾ ਤੁਹਾਡਾ। ਤੁਸੀਂ ਮਾੜਾ ਕੀਤਾ ਸਾਡੇ ਮਾੜਾ। ਜੰਮੂ ਕਸ਼ਮੀਰ ਦੇ ਮਾਤਾ ਵੈਸ਼ਨੋ ਦੇਵੀ ਮੰਦਿਰ 'ਚ ਮਚੀ ਭਗਦੜ, 12 ਲੋਕਾਂ ਦੀ ਹੋਈ ਮੌਤ, ਕਈ ਜ਼ਖਮੀ। ਜੰਮੂ ਕਸ਼ਮੀਰ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਧਾਮ 'ਚ ਭਗਦੜ ਦੀ ਜਾਣਕਾਰੀ ਆ ਰਹੀ ਹੈ। ਭਗਦੜ 'ਚ ਕਈ ਲੋਕ ਜ਼ਖਮੀ ਹੋ ਗਏ ਹਨ। 12 ਲੋਕਾਂ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ। ਤਤਕਾਲ ਜਾਣਕਾਰੀ ਅਨੁਸਾਰ ਫਿਲਹਾਲ ਰਾਹਤ ਕਾਰਜ ਜਾਰੀ ਹੈ। ਡਾਕਟਰ ਗੋਪਾਲ ਦੱਤ ਨੇ ਦੱਸਿਆ ਹੈ ਕਿ ਹੁਣ ਤੱਕ ਸਾਡੇ ਕੋਲ 12 ਲਾਸ਼ਾਂ ਆ ਚੁੱਕੀਆਂ ਹਨ। 12 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਜ਼ਖਮੀਆਂ ਦਾ ਨਾਰਾਇਣਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅਜੇ ਤੱਕ 14 ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਜੰਮੂ 'ਚ ਹੁਣ ਤੱਕ 14 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਫਿਲਹਾਲ ਮੌਕੇ ਤੇ ਬਚਾਅ ਕਾਰਜ ਜਾਰੀ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨ ਲੱਗੇ ਹੋਏ ਹਨ। ਧਿਆਨਯੋਗ ਹੈ ਕਿ ਅੱਜ ਤੋਂ ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸਾਲ ਦੇ ਪਹਿਲੇ ਦਿਨ ਮਾਤਾ ਦੇ ਦਰਸ਼ਨਾਂ ਲਈ ਭਵਨ ਵਿੱਚ ਪਹੁੰਚਦੇ ਹਨ। ਹਾਲਾਂਕਿ ਭਗਦੜ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ।
ਮਰਨ ਵਾਲਿਆਂ 'ਚ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ ਤੇ ਦਿੱਲੀ ਦੇ ਲੋਕ ਸ਼ਾਮਲ ਹਨ। ਸਾਨੂੰ ਕੋਈ 911 ਨਹੀਂ ਚਾਹੀਦਾ, ਜੇ ਭੇਜਿਆ ਤਾਂ ਅਸੀਂ ਉਸ ਦਾ ਧੂੰਆਂ ਕੱਢ ਦੇਵਾਂਗੇ। ਸਿੱਧੂ ਮੂਸੇਵਾਲਾ ਖਿਲਾਫ ਮਾਨਸਾ 'ਚ ਵੱਡੀ ਬਗਾਵਤ। ਸਾਨੂੰ ਕੋਈ 911 ਨਹੀਂ ਚਾਹੀਦਾ, ਜੇ ਕੋਈ 911 ਭੇਜਿਆ ਸੀ ਧੂੰਆਂ ਮਰਵਾ ਦੇਾਂਗੇ। ਪਵਾ ਕੇ ਦੇਖਿਓ ਆਸ਼ੀ ਨਾਲ ਟੋਚਨ, ਜੇ ਨਾ ਧੂੰਆਂ ਮਰਵਾਤਾ ਤਾਂ। ਅਗਰ ਜੀ ਕੋਈ ਬੰਦਾ ਬਾਹਰੋਂ ਆਇਆ, ਜਿਵੇਂ ਸਾਨੂੰ ਵਰਕਰ ਫੈਸਲਾ ਕਰਨਗੇ ਅਸੀਂ ਉਸ ਤਰ੍ਹਾਂ ਅੱਗੇ ਕਦਮ ਚੁੱਕਾਂਗੇ। ਮੂਸੇ ਪਿੰਡ ਤੋਂ ਆਈਆਂ ਨੇ 3 ਬੱਸਾਂ ਭਰ ਕੇ। ਜੇ ਇੰਨਾ ਚੰਗਾ ਹੁੰਦਾ ਪਿੰਡ ਦਾ ਸਰਪੰਚ ਹੈ, ਉੱਥੇ ਕਰ ਲੈ ਜਿਹੜਾ ਕੁਝ ਕਰਨਾ ਹੈ। ਫਿਰ ਅਸੀਂ ਕੀ ਪਰਵਾਹ ਸਮਝਦੇ ਆ ਜਦੋਂ ਲੋਕ ਸਾਡੇ ਨਾਲ ਨੇ? ਅਸੀਂ ਇਸ ਗੱਲ ਨੂੰ ਕੋਈ ਪਰਵਾਹ ਨਹੀਂ ਸਮਝਦੇ। ਅੱਜ ਸਾਡੇ ਜੀ ਕਾਂਗਰਸ ਪਾਰਟੀ ਦੇ ਮਾਨਸਾ ਦੇ ਸਾਰੇ ਅਸੀਂ ਅੱਜ ਵਰਕਰ ਸਾਹਿਬਾਨ ਅੱਜ ਅਸੀਂ ਇਕੱਠੇ ਹੋਏ ਹਾਂ। ਕਾਂਗਰਸ ਪਾਰਟੀ ਦੇ ਵਰਕਰ ਸਾਡਾ ਇੱਕ ਪਰਿਵਾਰ ਕੀ ਤਰ੍ਹਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਸਾਡੇ ਪਰਿਵਾਰ ਨਾਲ ਵਿਚ ਰਹੇ ਆ। ਅੱਜ ਅਸੀਂ 2022 ਦੇ ਇਲੈਕਸ਼ਨਾਂ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ। ਕਾਂਗਰਸੀ ਵਰਕਰਾਂ ਦੀ ਕੋਈ ਬੇਨਤੀ ਹਾਈ ਕਮਾਂਡ ਨੂੰ ਵੀ ਜੋ ਕਿ ਟਿਕਟ ਸਰਵੇ ਦੇ ਹਿਸਾਬ ਨਾਲ ਕਾਂਗਰਸ ਪਾਰਟੀ ਕਹਿ ਰਹੀ ਹੈ, ਹਾਈ ਕਮਾਂਡ ਵੀ ਨੇ ਵੀ ਦੱਸਿਆ ਵੀ ਸਰਵੇ ਹਿਸਾਬ ਨਾਲ ਅਸੀਂ ਟਿਕਟਾਂ ਦੇਵਾਂਗੇ। ਸਾਡੀ ਕੋਈ ਇੱਕ ਬੇਨਤੀ ਆ ਵੀ ਬੰਦਾ ਸਾਡਾ ਲੋਕਲ ਤੇ ਇੱਕ ਹਾਈ ਕਮਾਂਡ ਤੇ ਹੁਕਮਾਂ ਸਦਕਾ ਸਾਡੇ ਕਿਹੜੇ ਸਰਵੇ ਦੇ ਹਿਸਾਬ ਨਾਲ ਸਾਨੂੰ ਟਿਕਟਾਂ ਦਿੱਤੀਆਂ, ਜਿਹੜਾ ਵੀ ਸਰਵੇ ਹਿਸਾਬ ਨਾਲ ਉੱਪਰ ਆਉਂਦਾ ਨੂੰ ਟਿਕਟ ਦਿੱਤੀ ਹੈ। ਅਗਰ ਜੀ ਕੋਈ ਬੰਦਾ ਬਾਹਰੋਂ ਆਇਆ ਤੇ ਬੰਦਾ ਕੋਈ ਬਾਹਰਲੀ ਪਾਰਟੀ ਦੇ ਵਿੱਚ ਆਇਆ ਤੇ ਜਾਂ ਨਾ ਕਿ ਸਾਡੇ ਲੋਕਲ ਨਾ ਹੋਇਆ ਤੇ ਵਰਕਰਾਂ ਦੇ ਨਾਲ ਨਾ ਵਿਚਰਿਆ ਹੋਇਆ, ਜਿਵੇਂ ਸਾਨੂੰ ਵਰਕਰ ਫੈਸਲਾ ਕਰਨਗੇ ਅਸੀਂ ਉਸ ਤਰ੍ਹਾਂ ਅੱਗੇ ਕਦਮ ਚੁੱਕਾਂਗੇ। ਤੁਹਾਨੂੰ ਸਮੇਂ ਆਉਣ ਤੇ ਤੁਹਾਨੂੰ ਦੱਸ। ਮਕਸਦ ਸਾਡਾ ਇਹ ਹੈ ਜੀ ਵੀ ਸਾਡੀ ਹਰ ਵਾਰ ਟਿਕਟ ਹੋਰ ਕਿਸੇ ਦੇ ਮਤਲਬ ਹਿੱਸੇ ਜਾਂਦੀ ਹੈ ਤਾਂ ਅਸੀਂ ਹਾਈ ਕਮਾਂਡ ਨੂੰ ਬੇਨਤੀ ਕਰਦੇ ਹਾਂ ਵੀ ਸਾਡੀ ਟਿਕਟ ਸਾਡੇ ਗਾਗੋਵਾਲ ਪਰਿਵਾਰ ਨੂੰ ਚਾਹੀਦੀ ਹੈ। ਸਾਨੂੰ ਕੋਈ 911 ਨਹੀਂ ਚਾਹੀਦਾ, ਜੇ ਕੋਈ 911 ਭੇਜਿਆ ਸੀ ਧੂੰਆਂ ਮਰਵਾ ਦੇਾਂਗੇ। ਪਵਾ ਕੇ ਦੇਖਿਓ ਆਸ਼ੀ ਨਾਲ ਟੋਚਨ, ਜੇ ਨਾ ਧੂੰਆਂ ਮਰਵਾਤਾ ਤਾਂ। ਇਹਦੇ ਪਿੰਡੋਂ ਖੁਦਕੁਸ਼ੀਆਂ ਹੁੰਦੀਆਂ ਨੇ, ਇਹਦੇ ਪਿੰਡੋਂ ਅੱਜ ਅਸੀਂ ਕੋਈ ਬੁਲਾਈਆਂ ਨਹੀਂ ਸੀ। ਆਪ ਆਪਦੇ ਕਿਰਾਏ ਤੇ ਬੱਸਾਂ ਭਰ ਕੇ ਮੂਸੇ ਪਿੰਡ ਤੋਂ ਆਈਆਂ ਨੇ 3 ਬੱਸਾਂ ਭਰ ਕੇ। ਜੇ ਇੰਨਾ ਚੰਗਾ ਹੁੰਦਾ ਪਿੰਡ ਦਾ ਸਰਪੰਚ ਹੈ, ਉੱਥੇ ਕਰ ਲੈ ਜਿਹੜਾ ਕੁਝ ਕਰਨਾ। ਇਸ ਕਰਕੇ ਅਸੀਂ ਹਾਈ ਕਮਾਂਡ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਇਤਿਹਾਸ ਦਰਾਉਣ ਤੇ ਮਜਬੂਰ ਨਾ ਕਰਿਓ। ਜੇ ਹਾਈ ਕਮਾਂਡ ਨੂੰ ਅਸੀਂ ਦੱਸ ਦਈਏ ਕਿ 1980 ਵਾਲਾ ਤਰਲੋਚਨ ਸਿੰਘ ਰਿਆਸਤੀ ਦਾ ਇਤਿਹਾਸ ਪੜ੍ਹ ਲੈਣ, 2002 ਵਾਲਾ ਗਾਗੋਵਾਲ ਸਾਹਿਬ ਦਾ ਇਤਿਹਾਸ ਪੜ੍ਹ ਲੈਣ, ਠੀਕ ਹੈ। ਅਸੀਂ ਹਾਈ ਕਮਾਂਡ ਨੂੰ ਸਖਤ ਚੇਤਾਵਨੀ ਦਿੰਦੇ ਹਾਂ ਵੀ ਜਾਂ ਤਾਂ ਗਾਗੋਵਾਲ ਪਰਿਵਾਰ ਨੂੰ ਟਿਕਟ ਦੇ ਦਿਓ, ਨਹੀਂ ਅਸੀਂ ਇੱਥੇ ਧੂੰਆਂ ਮਰਵਾ ਦਿਆਂਗੇ 911 ਦਾ। ਫਿਰ ਨਾ ਆਖਿਓ ਦੱਸਿਆ ਨਹੀਂ। ਸਵਰਗੀ ਸ਼ੇਰ ਸਿੰਘ ਗਾਗੋਵਾਲ ਜੀ, ਉਹਨਾਂ ਦੀ ਨੌ ਜਿਹੜੇ ਕਿ ਇਲੈਕਸ਼ਨ ਲੜੇ ਨੇ ਇੱਥੋਂ, ਉਹਨਾਂ ਦੇ ਪੋਤਾ ਮਾਈਕਲ ਗਾਗੋਵਾਲ ਜੀ ਤੇ ਸਮੁੱਚੀ ਕਾਂਗਰਸ ਵਰਕਰ ਦੀ ਇੱਥੇ ਅੱਜ ਇਕੱਠ ਹੋਇਆ ਸੀ। ਅਸੀਂ ਇਹ ਪਹਿਲਾਂ ਇਕੱਠ ਅਸੀਂ ਪੈਲਸ ਦੇ ਵਿੱਚ ਵੀ ਕੀਤਾ ਸੀ ਕੁਝ ਦਿਨ ਪਹਿਲਾਂ ਕਿ ਇੱਕ ਵਰਕਰ ਮੀਟਿੰਗ ਬੁਲਾਈਏ, ਕਿਉਂਕਿ ਜਦੋਂ ਆਪਾਂ ਕੋਈ ਪਾਰਟੀ ਦਾ ਵਰਕਰ ਮੀਟਿੰਗ ਬੁਲਾਉਣੇ ਆ, ਵਰਕਰਾਂ ਦੇ ਵਿੱਚ ਜੋਸ਼ ਹੁੰਦਾ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਸਿਰ ਤੇ ਨੇ, ਇਲੈਕਸ਼ਨਾਂ ਦਾ ਦੌਰ ਹੈਗਾ ਤੇ ਵਰਕਰਾਂ ਨੂੰ ਉਤਸ਼ਾਹਿਤ ਕਰਨਾ ਸਾਡਾ ਫਰਜ਼ ਬਣਦਾ ਜੇ ਅਸੀਂ ਪਾਰਟੀ ਦੇ ਨਾਲ ਖੜੇ ਆ। ਤਾਂ ਦੇਖੋ ਪਾਰਟੀ 'ਚ ਸ਼ਮੂਲੀਅਤ ਕੀਤੀ ਹੈ ਸਿੱਧੂ ਮੂਸੇਵਾਲੇ ਜੀ ਨੇ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪਾਰਟੀ ਨੂੰ ਲੋੜ ਹੁੰਦੀ ਹੈ ਸੈਲੀਬ੍ਰਿਟੀਆਂ ਨੂੰ ਲਿਆਉਣ ਦੀ, ਲੇਕਿਨ ਸਰਕਾਰ ਹੈ ਸਾਡੀ ਪੰਜਾਬ ਦੇ ਅੰਦਰ, ਉਹਨਾਂ ਨੂੰ ਸਰਕਾਰ ਚਾਹੇ ਕਿਤੇ ਨਾ ਕਿਤੇ ਐਡਜਸਟ ਕਰ ਸਕਦੀ ਹੈ। ਪਾਰਟੀ ਦੇ ਅੰਦਰ ਬੜਾ ਵੱਡਾ ਮੌਕਾ ਦੇ ਸਕਦੀ ਹੈ, ਉਹਨਾਂ ਨੂੰ ਐਡਜਸਟ ਕਰਨ, ਉਹਨਾਂ ਦਾ ਫਾਇਦਾ ਲੈਣ, ਚਾਹੇ ਉਹ ਆਪਦੀ ਚੋਣ ਮੇਰੇ ਖਿਆਲ ਦੇ ਵਿੱਚ ਕਿਸੇ ਹੋਰ ਵੀ ਵੱਡੇ ਲੀਡਰ ਜਿਹੜੇ ਆਪਣੇ ਜਿਹੜੇ ਕਾਂਗਰਸ ਦੇ ਖਿਲਾਫ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਲੀਡਰਾਂ ਦੇ ਖਿਲਾਫ ਇਲੈਕਸ਼ਨ ਲੜਾਉਣ। ਸਾਨੂੰ ਉਹਨਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਅਸੀਂ ਸਵਾਗਤ ਕਰਦੇ ਹਾਂ ਸਿੱਧੂ ਮੂਸੇਵਾਲੇ ਦਾ ਵੀ, ਅਗਰ ਕਾਂਗਰਸ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ। ਦੇਖੋ ਫਿਰ ਅਸੀਂ ਫੈਸਲਾ ਵਰਕਰਾਂ ਤੇ ਛੱਡਾਂਗੇ, ਫਿਰ ਇਸ ਤਰ੍ਹਾਂ ਦਾ ਇੱਕ ਇਕੱਠ ਕਰਾਂਗੇ ਵਰਕਰਾਂ ਦਾ, ਜੋ ਵਰਕਰ ਫੈਸਲਾ ਕਰਨਗੇ। ਵੈਸੇ ਸਾਨੂੰ ਲੱਗਦਾ ਸਾਡੀ ਹਾਈ ਕਮਾਂਡ ਪਾਰਟੀ ਦੀ ਸਮੁੱਚੀ ਰਾਹੁਲ ਗਾਂਧੀ, ਸੋਨੀਆ ਗਾਂਧੀ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਜੀ, ਪੰਜਾਬ ਦੇ ਪ੍ਰਧਾਨ ਸਿੱਧੂ ਸਾਹਿਬ ਤੇ ਹਰੀਸ਼ ਚੌਧਰੀ ਜੀ ਜਿਹੜੇ ਇੰਚਾਰਜ ਨੇ, ਕ੍ਰਿਸ਼ਨ ਐਵਲਰ ਜੀ, ਸਾਨੂੰ ਲੱਗਦਾ ਵੀ ਐਸੀ ਕੋਈ ਗੱਲ ਨਹੀਂ ਹੋਊਗੀ। ਅਸੀਂ ਕਾਂਗਰਸ ਦਾ ਹੀ ਇੱਥੋਂ ਕੈਂਡੀਡੇਟ ਆਊਗਾ, ਜਿੰਨੇ ਵੀ ਕਾਂਗਰਸ ਆਪਣੇ ਕੈਂਡੀਡੇਟ ਆਊਗਾ ਅਸੀਂ ਕਾਂਗਰਸ ਦੇ ਕੈਂਡੀਡੇਟ ਨੂੰ ਜਿਤਾਵਾਂਗੇ। ਬਾਕੀ ਜੇ ਪਾਰਟੀ ਕੋਈ ਇਸ ਤਰ੍ਹਾਂ ਦਾ ਸਾਨੂੰ ਥੋਪਦੀ ਹੈ, ਕਿਉਂਕਿ ਇਸ ਗੱਲ ਦਾ ਆਪਾਂ 2002 ਦੀ ਗੱਲ ਹੈ ਜਦੋਂ ਇੱਥੇ CPI ਨਾਲ ਸਾਰੀ ਪਾਰਟੀ ਨੇ ਕਿਹਾ ਸੀਗਾ ਵੀ ਸਮਝੌਤਾ ਨਾ ਕਰੋ, ਤਾਂ ਉਹਨਾਂ ਨੇ ਸਾਡੇ ਸਿਰ ਤੇ ਫਿਰ ਥੋਪਤਾ ਸੀਗਾ। ਫਿਰ ਹਲਕੇ ਵਾਲੇ ਲੋਕਾਂ ਨੇ ਫੈਸਲਾ ਕਰਤਾ, ਫੈਸਲਾ ਕਰ ਦੇਣਗੇ। ਫਿਰ
ਫਿਰ ਅਸੀਂ ਕੀ ਪਰਵਾਹ ਸਮਝਦੇ ਹਾਂ ਜਦੋਂ ਲੋਕ ਸਾਡੇ ਨਾਲ ਨੇ। ਅਸੀਂ ਇਸ ਗੱਲ ਨੂੰ ਕੋਈ ਪਰਵਾਹ ਨਹੀਂ ਸਮਝਦੇ। ਨਵੇਂ ਸਾਲ ਤੇ ਪੀਐਮ ਮੋਦੀ ਵੱਲੋਂ 10 ਕਰੋੜ ਕਿਸਾਨਾਂ ਦੇ ਖਾਤੇ ਵਿੱਚ 20,000 ਕਰੋੜ ਟ੍ਰਾਂਸਫਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਦੇ ਮੌਕੇ ਉੱਤੇ ਕਿਸਾਨਾਂ ਨੂੰ ਤੋਹਫਾ ਦਿੱਤਾ ਹੈ। ਪੀਐਮ ਕਿਸਾਨ ਯੋਜਨਾ ਤਹਿਤ 10 ਕਰੋੜ ਤੋਂ ਵੱਧ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ 20,000 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ ਹਨ। ਕਿਸਾਨਾਂ ਦੇ ਖਾਤੇ ਵਿੱਚ 2,000 ਰੁਪਏ ਉਹਨਾਂ ਦੇ ਹਿੱਸੇ ਵਿੱਚ 10ਵੀਂ ਕਿਸ਼ਤ ਵਜੋਂ ਆਏ ਹਨ। सबसे पहले तो मैं माता वैष्णो देवी परिसर में हुए दुखद हादसे पर शोक व्यक्त करता हूं। जिन लोगों ने भगदड़ में अपनों को खोया है, जो लोग घायल हुए हैं, मेरी संवेदनाएं उनके साथ है। केंद्र सरकार, जम्मू कश्मीर प्रशासन उसके लगातार संपर्क में है। मेरी लेफ्टिनेंट गवर्नर मनोज सिन्हा जी से भी बात हुई है। राहत के काम का, घायल के उपचारों का पूरा ध्यान रखा जा रहा है। भाइयों बहनों, इस कार्यक्रम में हमारे साथ जुड़े केंद्रीय मंत्रिमंडल के मेरे सहयोगीगण, अलग अलग राज्यों के सभी आदरणीय मुख्यमंत्रीगण, राज्यों के कृषि मंत्री, अन्य महानुभाव और देश के कोने कोने से जुड़े मेरे करोड़ों किसान भाइयों और बहनों, भारत में रह रहे, भारत से बाहर रह रहे प्रत्येक भारतीय, भारत के प्रत्येक शुभचिंतक और विश्व समुदाय को वर्ष 2022 की हार्दिक शुभकामनाएं। साल की शुरुआत देश के करोड़ों अन्नदाताओं के साथ हो। साल के प्रारंभ में ही मुझे देश के कोने कोने में हमारे किसानों के दर्शन करने का सौभाग्य मिले, ये अपने आप में मेरे लिए बहुत बड़ी प्रेरणा की पल है। आज देश के करोड़ों किसान परिवारों को, विशेषकर छोटे किसानों को प्रधानमंत्री किसान सम्मान निधि की 10वीं किस्त मिली है। किसानों के बैंक खातों में 20,000 करोड़ रुपए ट्रांसफर किए गए हैं। आज हमारे किसान उत्पाद संघ, फार्मर्स प्रोड्यूस ऑर्गेनाइजेशंस, इससे जुड़े किसानों को आर्थिक सहायता भी भेजी गई है। सैकड़ों एफपीओस आज नई शुरुआत भी कर रहे हैं। साथियों, हमारे यहां कहते हैं, आमुखा आयाति कल्याणम कार्य सिद्धिम ही संसति ही, अर्थात सफल शुरुआत कार्य सिद्धि की, संकल्पों की सिद्धि की पहले ही घोषणा कर देती है। एक राष्ट्र के रूप में हम 2021 में बीते साल को उसी रूप में देख सकते हैं। 2021 100 साल में आई सबसे बड़ी महामारी से मुकाबला करते हुए कोटि कोटि भारतीयों के सामूहिक सामर्थ्य देश ने क्या करके दिखाया, इसके हम सब साक्षी हैं। आज जब हम नव वर्ष में प्रवेश कर रहे हैं, तब बीते साल के अपने प्रयासों से प्रेरणा लेकर हम नए संकल्पों की तरफ बढ़ना है। इस साल हम अपनी आजादी के 75 वर्ष पूरे करेंगे। ये समय देश के संकल्पों की एक नई जीवंत यात्रा शुरू करने का है, नए हौसले से आगे बढ़ने का है। 2021 में हम भारतीयों ने पूरी दुनिया को दिखा दिया है कि जब हम ठान लेते हैं तो बड़े से बड़े लक्ष्य, बड़ा सा बड़ा लक्ष्य छोटा हो जाता है।
कौन सोच सकता था कि इतने कम समय में भारत जैसा इतना बड़ा विशाल देश, विविधता भरा सा देश, 145 करोड़ से अधिक लोगों को 145 करोड़ से अधिक वैक्सीन डोज दे पाएगा। कौन सोच सकता था कि भारत एक दिन में 2.5 करोड़ वैक्सीन डोज का रिकॉर्ड बना सकता है। कौन सोच सकता था कि भारत एक साल में 2 करोड़ घरों को पाइप से पानी की सुविधा से जोड़ सकता है। भारत इस कोरोना काल में अनेकों महीनों से अपने 80 करोड़ नागरिकों को मुफ्त राशन सुनिश्चित कर रहा है और मुफ्त राशन की सिर्फ इस योजना पर ही भारत 2,60,000 करोड़ रुपए उससे भी ज्यादा खर्च कर चुका है। मुफ्त अनाज की इस योजना का बहुत बड़ा लाभ गांव को, गरीब को, गांव में रहने वाले हमारे किसान साथियों को मिला है, खेत मजदूरों को मिला है। साथियों, हमारे यहां ये भी कहा गया है, संगे शक्ति युगे युगे, यानी इस युग में संगठन से ही शक्ति होती है। संगठित शक्ति यानी कि सबका प्रयास, संकल्प को सिद्धि तक ले जाने का मार्ग। जब 130 करोड़ भारतीय मिलकर एक कदम आगे बढ़ाते हैं तो वो सिर्फ एक कदम भर नहीं होता, 130 करोड़ कदम होते हैं। हम भारतीयों का स्वभाव रहा है कि कुछ ना कुछ अच्छा करके हमें एक अलग सुकून मिलता है, लेकिन जब ये अच्छा करने वाले एकत्र होते हैं, बिखरे हुए मोतियों की माला बनती है, तो भारत माता दैदीप्यमान हो जाती है। कितने ही लोग देश के लिए अपना जीवन खपा रहे हैं, देश को बना रहे हैं। ये काम पहले भी करते थे, लेकिन उन्हें पहचान देने का काम अभी हुआ है। हर भारतीय की शक्ति आज सामूहिक रूप में परिवर्तित होकर देश के विकास को नई गति और नई ऊर्जा दे रही है। जैसे इन दिनों जब हम पद्म पुरस्कारों से सम्मानित लोगों का नाम देखते हैं, उनके चेहरे देखते हैं, तो आनंद से भर जाते हैं। सबके प्रयास से ही आज भारत कोरोना जैसी इतनी बड़ी महामारी का मुकाबला कर रहा है। भाइयों और बहनों, कोरोना के इस काल में देश में हेल्थ सेक्टर को और मजबूत करने, हेल्थ इंफ्रा को और बढ़ाने पर भी निरंतर काम किया गया है। 2021 में देश में सैकड़ों नए ऑक्सीजन प्लांट्स बनाए गए हैं, हजारों नए वेंटिलेटर्स जोड़े गए हैं। 2021 में देश में अनेकों नए मेडिकल कॉलेज बने, दर्जनों मेडिकल कॉलेजों पर काम शुरू हुआ है। 2021 में देश में हजारों वेलनेस सेंटर का भी निर्माण किया गया है। आयुष्मान भारत हेल्थ इंफ्रास्ट्रक्चर मिशन देश के जिले जिले, ब्लॉक ब्लॉक तक अच्छे अस्पतालों, अच्छी टेस्टिंग लैब का नेटवर्क सशक्त करेगा। डिजिटल इंडिया को नई ताकत देते हुए आयुष्मान भारत डिजिटल हेल्थ मिशन देश में स्वास्थ्य सुविधाओं को और सुलभ और प्रभावी बनाएगा। भाइयों और बहनों, आज बहुत से इकोनॉमिक इंडिकेटर्स उस समय से भी अच्छा कर रहे हैं जब कोरोना हमारे बीच नहीं था। आज हमारी अर्थव्यवस्था की विकास दर 8% से भी ज्यादा है। भारत में रिकॉर्ड विदेशी निवेश आया है।
हमारी विदेशी मुद्रा भंडार रिकॉर्ड स्तर पर पहुंचा है। जीएसटी कलेक्शन ने भी पुराने रिकॉर्ड ध्वस्त कर दिए हैं। निर्यात और विशेषकर कृषि के मामले में भी हमने नए प्रतिमान स्थापित किए हैं। साथियों, आज हमारा देश अपनी विविधता और विशालता के अनुरूप ही हर क्षेत्र में विकास के भी विशाल कीर्तिमान बना रहा है। 2021 में भारत ने करीब करीब 70 लाख करोड़ रुपए का लेन देन 70 लाख करोड़ रुपए का लेन देन यूपीआई से किया है, डिजिटल ट्रांजैक्शन किया है। आज भारत में 50,000 से ज्यादा स्टार्टअप काम कर रहे हैं। इनमें से 10,000 से ज्यादा स्टार्टअप तो पिछले 6 महीने में बने हैं। 2021 में भारत के नौजवानों ने कोरोना के इस कालखंड में भी 42 यूनिकॉर्न बनाकर एक नया इतिहास रच दिया है। मैं अपने किसान भाई बहनों को बताना चाहता हूं कि एक यूनिकॉर्न ये करीब करीब 7,000 करोड़ रुपए से भी अधिक मूल्य का स्टार्टअप है। इतने कम समय में इतनी प्रगति आज भारत के नौजवान की सफलता की नई गाथा लिख रही है। और साथियों, आज जहां भारत एक और अपना स्टार्टअप इकोसिस्टम मजबूत कर रहा है, तो वहीं दूसरी ओर अपनी संस्कृति को भी उतनी ही गर्व से सशक्त कर रहा है। काशी विश्वनाथ धाम सुंदरीकरण परियोजना से लेकर केदारनाथ धाम की विकास परियोजनाओं तक, आदि शंकराचार्य की समाधि के पुनर्निर्माण से लेकर मां अन्नपूर्णा की प्रतिमा समेत भारत से चोरी हुई सैकड़ों मूर्तियों को वापस लाने तक, अयोध्या में राम मंदिर के निर्माण से लेकर धौलावीरा और दुर्गा पूजा उत्सव को वर्ल्ड हेरिटेज का दर्जा मिलने तक, भारत के पास इतना कुछ है। देश के प्रति पूरी दुनिया का आकर्षण है। और अब जब हम अपनी धरोहरों को मजबूत करने में लगे हैं, तो निश्चित तौर पर टूरिज्म भी बढ़ेगा और तीर्थाटन भी बढ़ेगा। साथियों, भारत अपने युवाओं के लिए, अपने देश की महिलाओं के लिए आज अभूतपूर्व कदम उठा रहा है। 2021 में भारत ने अपने सैनिक स्कूलों को बेटियों के लिए खोल दिया। 2021 में भारत ने नेशनल डिफेंस एकेडमी के द्वारा भी महिलाओं को, उसके द्वार भी महिलाओं के लिए खोल दिए। 2021 में भारत ने बेटियों की शादी की उम्र को 18 से बढ़ाकर 21 साल यानी बेटों के बराबर करने का भी प्रयास शुरू कर दिया। आज भारत में पहली बार पीएम आवास योजना की वजह से करीब करीब 2 करोड़ महिलाओं को घर पर उनका मालिकाना हक भी मिला है। हमारे किसान भाई बहन हमारे गांव के साथी समझ सकते हैं कि कितना बड़ा काम हुआ है। साथियों, 2021 में हमने भारतीय खिलाड़ियों में एक नया आत्मविश्वास भी देखा है। भारत में खेलों के प्रति आकर्षण बढ़ा है। एक नए युग की शुरुआत हुई है। हम में से हर कोई खुश था जब भारत ने टोक्यो ओलंपिक में इतने मेडल जीते। हम में हर कोई गर्व से भरा था जब हमारे दिव्यांग खिलाड़ियों ने पैरालंपिक में इतिहास रच दिया। पैरालंपिक के इतिहास में भारत ने अब तक जितने मेडल जीते थे, उससे ज्यादा मेडल हमारे दिव्यांग खिलाड़ियों ने पिछले पैरालंपिक में जीतकर दिखाए हैं। भारत आज अपने स्पोर्ट्स पर्सन्स और स्पोर्टिंग इंफ्रास्ट्रक्चर पर जितना निवेश कर रहा है,
उतना पहले कभी नहीं किया गया। कल ही मैं मेरठ में एक स्पोर्ट्स यूनिवर्सिटी की शिलान्यास करने भी जा रहा हूं। साथियों, संयुक्त राष्ट्र सुरक्षा परिषद से लेकर स्थानीय निकायों तक में भारत ने अपनी नीतियों और निर्णयों में अपना सामर्थ्य सिद्ध किया है। भारत ने 2016 में ये लक्ष्य रखा था कि वो साल 2030 तक अपनी इंस्टॉल इलेक्ट्रिसिटी कैपेसिटी का 40% नॉन फोसिल एनर्जी सोर्स से पूरा करेगा। भारत ने अपना ये लक्ष्य 2030 का जो लक्ष्य था वो नवंबर 2021 में ही प्राप्त कर लिया। क्लाइमेट चेंज के खिलाफ विश्व का नेतृत्व करते हुए भारत ने 2070 तक नेट जीरो कार्बन एमिशन का भी लक्ष्य दुनिया के सामने रखा है। आज भारत हाइड्रोजन मिशन पर काम कर रहा है, इलेक्ट्रिक व्हीकल्स पर लीड ले रहा है। देश में करोड़ों एलईडी बल्ब वितरित करने से हर साल गरीबों के मध्यम वर्ग के करीब करीब 20,000 करोड़ रुपए बिजली बिल्स में कम आए हैं। देश भर के शहरों में स्थानीय निकायों द्वारा स्ट्रीट लाइट्स को भी एलईडी से बदलने से का अभियान चलाया गया है। और मेरे किसान भाई, हमारे अन्नदाता ऊर्जादाता बने, इसके लिए भी भारत बहुत बड़ा अभियान चला रहा है। प्रधानमंत्री कुसुम योजना के तहत किसान खेतों के किनारे मेड़ पर सोलार पैनल लगाकर और ऊर्जा पैदा कर सके, इसके लिए भी उन्हें मदद दी जा रही है। लाखों किसानों को सरकार द्वारा सोलर पंप दिए गए हैं। इससे पैसे की भी बचत हो रही है और पर्यावरण की भी रक्षा हो रही है। साथियों, 2021 का वर्ष कोरोना के खिलाफ देश की मजबूत लड़ाई की वजह से याद रखा जाएगा। तो इस दौरान भारत ने जो रिफॉर्म्स किए हैं उनकी भी चर्चा अवश्य होगी। बीते साल भारत ने आधुनिक इंफ्रास्ट्रक्चर के निर्माण और रिफॉर्म की प्रक्रिया को और तेज गति से आगे बढ़ाया है। सरकार का दखल कम हो, हर भारतीय का सामर्थ्य निखरे और सबके प्रयास से राष्ट्रीय लक्ष्यों की प्राप्ति हो, इसी प्रतिबद्धता से उसी को सशक्त किया जा रहा है। व्यापार कारोबार को आसान बनाने के लिए बीते साल भी अनेक निर्णय लिए गए। पीएम गतिशक्ति नेशनल मास्टर प्लान देश में इंफ्रास्ट्रक्चर निर्माण की गति को नई धार देने वाला है। मेक इन इंडिया को नए आयाम देते हुए देश ने चिप निर्माण, सेमीकंडक्टर जैसे नए सेक्टर के लिए महत्वाकांक्षी योजनाएं लागू की है। बीते साल ही रक्षा क्षेत्र में आत्मनिर्भरता के लिए देश को 7 रक्षा कंपनियां मिली हैं। हमने पहली प्रोग्रेसिव ड्रोन पॉलिसी भी लागू की है। अंतरिक्ष में देश की आकांक्षाओं को नई उड़ान देते हुए इंडियन स्पेस एसोसिएशन का गठन किया गया है। साथियों, डिजिटल इंडिया अभियान भारत में हो रहे विकास को गांव-गांव तक ले जाने में बड़ी भूमिका निभा रहा है। 2021 में हजारों नए गांवों को ऑप्टिकल फाइबर केबल से जोड़ा जा गया है। इसका बहुत लाभ हमारे किसान साथियों, उनके परिवारों, उनके बच्चों को भी हुआ है। 2021 में ही ई-रूपी जैसा नया डिजिटल पेमेंट, ये पेमेंट समाधान भी शुरू किया गया है। एक देश एक राशन कार्ड भी देश भर में लागू हो चुका है। आज देश के असंगठित क्षेत्र के श्रमिकों को ई श्रम कार्ड दिए जा रहे हैं ताकि सरकारी योजनाओं का लाभ उन तक आसानी से पहुंच पाए। भाइयों और बहनों, वर्ष 2022 में हमें अपनी गति को और तेज करना है।
कोरोना की चुनौतियां हैं, लेकिन कोरोना भारत की रफ्तार नहीं रोक सकता। भारत पूरी सावधानी रखते हुए, पूरी सतर्कता के साथ कोरोना से भी लड़ेगा और अपने राष्ट्रीय हितों को भी पूरा करेगा। हमारे यहां कहा गया है, जही ही भीतिम भज भज शक्तिम विदेही राष्ट्रे तथा अनुरिक्तम कुरु कुरु सततम ध्येय स्मरणम सदैव पुरतो निधेहि चरणम। यानी डर, भय, आशंकाओं को छोड़कर हमें शक्ति और सामर्थ्य को याद करना है। देश प्रेम की भावना सर्वोपरि रखनी है। हमें अपने लक्ष्यों को याद रखते हुए लगातार लक्ष्य की ओर कदम बढ़ाना है। राष्ट्र प्रथम की भावना के साथ राष्ट्र के लिए निरंतर प्रयास आज हर भारतीय का मनोभाव बना रहा है और इसलिए ही आज हमारे प्रयासों में एकजुटता है, हमारे संकल्पों में सिद्धि की अधीरता है। आज हमारी नीतियों में निरंतरता है और निर्णयों में दूरदर्शिता है। देश के अन्नदाता को समर्पित आज का ये कार्यक्रम इसी का एक उदाहरण है। पीएम किसान सम्मान निधि भारत के किसानों का बहुत बड़ा संबल बनी है। हर बार हर किस्त समय से, हर साल हजारों करोड़ रुपए का ट्रांसफर बिना किसी बिचौलिए के, बिना किसी कमीशन के। पहले कोई कल्पना भी नहीं कर सकता था कि भारत में ऐसा भी हो सकता है। आज की राशि को मिला दें तो किसान सम्मान निधि के तहत किसानों के खाते में 1,80,000 करोड़ रुपए से ज्यादा ट्रांसफर हो चुके हैं। आज उनके छोटे छोटे खर्चों के लिए ये किसान सम्मान निधि बहुत काम आ रही है। छोटे किसान इस राशि में से अच्छी क्वालिटी के बीज खरीद रहे हैं, अच्छी खाद और उपकरणों का इस्तेमाल कर रहे हैं। साथियों, देश के छोटे किसानों के बढ़ते हुए सामर्थ्य को संगठित रूप देने में हमारे किसान उत्पाद संगठनों एफपीओज की बड़ी भूमिका है। जो छोटा किसान पहले अलग थलग रहता था, उसके पास अब एफपीओ के रूप में 5 बड़ी शक्तियां हैं। पहली शक्ति है बेहतर बार्गेनिंग, यानी कि मोलभाव की शक्ति। आप सब जानते हैं कि जब आप अकेले खेती करते हैं तो क्या होता है, आप बीज से लेकर खाद तक सब खरीदते तो फुटकर में हैं, लेकिन बेचते थोक में हैं। इससे लागत ज्यादा बढ़ती है और मुनाफा कम होता है। लेकिन एफपीओ के जरिए ये अब तस्वीर बदल रही है। एफपीओ के माध्यम से अब खेती के लिए जरूरी चीजें किसान थोक में खरीदते हैं और रिटेल में बेचते हैं। एफपीओ से जो दूसरी शक्ति किसानों को मिली है वो है बड़े स्तर पर व्यापार की। एक एफपीओ के रूप में किसान संगठित होकर काम करते हैं, लिहाजा उनके लिए संभावनाएं भी बड़ी होती है। तीसरी ताकत है इनोवेशन की। एक साथ कई किसान मिलते हैं तो उनके अनुभव भी साथ में जुड़ते हैं, जानकारी बढ़ती है, नए नए इनोवेशन के लिए रास्ता खुलता है। एफपीओ में चौथी शक्ति है रिस्क मैनेजमेंट की। एक साथ मिलकर आप चुनौतियों का बेहतर आकलन भी कर सकते हैं।
उससे निपटने के रास्ते भी बना सकते हैं। और पांचवी शक्ति है बाजार के हिसाब से बदलने की क्षमता। बाजार और बाजार की डिमांड तो लगातार बदलती रहती है, लेकिन छोटे किसानों को या तो उसकी जानकारी नहीं मिलती या फिर वो बदलाव के लिए संसाधन नहीं जुटाता पाता। कभी सारे लोग एक ही फसल बो देते हैं और बाद में पता चलता है कि उसकी डिमांड ही कम हो गई। लेकिन एफपीओ में आप न केवल बाजार के हिसाब से तैयार रहते हैं, बल्कि खुद बाजार में नए उत्पाद के लिए डिमांड पैदा करने की ताकत भी रखते हैं। साथियों, एफपीओ की इसी शक्ति को समझते हुए आज हमारी सरकार ने उन्हें हर स्तर पर प्रोत्साहित कर रही है। इन एफपीओ को 15 लाख रुपए तक की मदद भी मिल रही है। इसी का नतीजा है कि आज देश में ऑर्गेनिक एफपीओ, इसके क्लस्टर्स, ऑयल सीड के क्लस्टर्स, बैम्बू क्लस्टर्स और हनी एफपीओस जैसे क्लस्टर तेजी से बढ़ रहे हैं। हमारे किसान आज वन डिस्ट्रिक्ट वन प्रोडक्ट जैसी योजनाओं का लाभ उठा रहे हैं। देश विदेश के बड़े बाजार उनके लिए खुल रहे हैं। साथियों, हमारे देश में आज भी ऐसी कई चीजों का विदेशों से आयात होता है जिनकी जरूरत देश का किसान आसानी से पूरी कर सकता है। खाद्य तेल इसका बहुत बड़ा उदाहरण है। हम विदेशों से खाद्य तेल खरीदते हैं, देश को बहुत पैसा दूसरे देशों को देना पड़ता है। ये पैसा देश के किसानों को मिले, इसलिए हमारी सरकार ने 11,000 करोड़ के बजट के साथ नेशनल पाम ऑयल मिशन शुरू किया है। साथियों, बीते साल देश ने कृषि क्षेत्र में एक के बाद एक अनेक ऐतिहासिक मुकाम हासिल किए हैं। कोरोना की चुनौतियों के बाद भी आप सबने अपनी मेहनत से देश में अन्न उत्पादन को रिकॉर्ड स्तर पर आप लोग ले जाकर के दिखाया है। बीते साल देश ਨਵੇਂ ਸਾਲ ਤੇ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ। ਹਰਸਿਮਰਤ ਕੌਰ ਬਾਦਲ ਨੇ ਦਿੱਤੀ ਵਧਾਈ। ਨਵੇਂ ਸਾਲ ਤੇ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। ਦੇਸ਼ ਦੇ ਸਾਰੇ ਰਾਜਾਂ ਵਿੱਚੋਂ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਤੇ ਹਰਸਿਮਰਤ ਕੌਰ ਬਾਦਲ ਸਮੇਤ ਕਈ ਦਿਗਜ ਨੇਤਾਵਾਂ ਨੇ ਲੋਕਾਂ ਦੀਆਂ ਖੁਸ਼ੀਆਂ ਦੀ ਕਾਮਨਾ ਕੀਤੀ ਹੈ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਹਰਸਿਮਰਤ ਕੌਰ ਬਾਦਲ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸਮੂਹ ਦੇਸ਼ ਵਾਸੀਆਂ ਨੂੰ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਮੇਰੇ ਵੱਲ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਹੋਣ। ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਨਵੇਂ ਸਵੇਰੇ ਦੇ ਨਾਲ ਨਵਾਂ ਸਾਲ ਚੜੂਗਾ ਤੇ ਮਾਲਿਕ ਰਹਿਮਤਾਂ ਤੇ ਖੁਸ਼ੀਆਂ ਨਾਲ ਸਾਰਿਆਂ ਦੀ ਝੋਲੀਆਂ ਭਰਨ। ਸਾਡੇ ਪੰਜਾਬ ਨੂੰ ਜਿਹੜਾ ਪਿਛਲੇ ਸਮੇਂ 'ਚ ਔਖਾ ਸਮਾਂ, ਕਿਸਾਨੀ ਅੰਦੋਲਨ, ਕਰੋਨਾ ਦੀ ਮਹਾਮਾਰੀ, ਬਹੁਤ ਲੋਕਾਂ ਦਾ ਨੁਕਸਾਨ ਹੋਇਆ ਹੈ, ਤਕਲੀਫਾਂ ਸਹੀਆਂ ਨੇ ਤੇ ਇਸ ਨਵੇਂ ਸਾਲ ਦੇ ਨਾਲ ਸਾਰੀ ਤਕਲੀਫਾਂ ਦਾ ਨਾਸ ਕਰਕੇ ਗੁਰੂ ਸਾਹਿਬ ਸਾਰਿਆਂ ਦੀ ਝੋਲੀਆਂ ਖੁਸ਼ੀਆਂ ਦੇ ਖੇੜੇ ਨਾਲ ਬਖਸ਼ੇ। ਨਵੇਂ ਸਾਲ ਤੇ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ। ਸੁਖਬੀਰ ਬਾਦਲ ਨੇ ਦਿੱਤੀ ਵਧਾਈ। ਨਵੇਂ ਸਾਲ ਤੇ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। ਦੇਸ਼ ਦੇ ਸਾਰੇ ਰਾਜਾਂ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਬੀਰ ਬਾਦਲ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਤੇ ਕਿਹਾ ਹੈ ਕਿ ਨਵੇਂ ਸਾਲ 2022 ਦੀ ਆਮਦ ਮੌਕੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਹੈ ਕਿ ਇਹ ਸਾਲ ਕਰੋਨਾ ਵਰਗੀਆਂ ਮੁਸ਼ਕਿਲਾਂ ਤੋਂ ਮੁਕਤੀ ਵੀ ਲੈ ਕੇ ਆਵੇ ਅਤੇ ਪੰਜਾਬ 'ਚ ਦੇਸ਼ ਦੇ ਅੰਦਰ ਸਮਾਜਿਕ ਸਦਭਾਵਨਾ ਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇ। ਮੈਂ ਨਵੇਂ ਸਾਲ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ। ਅੱਜ ਦਰਬਾਰ ਸਾਹਿਬ ਪਹੁੰਚੇ ਹਾਂ ਸਵੇਰੇ। ਪਰਮਾਤਮਾ ਦੇ ਚਰਨਾਂ 'ਚ ਦਾਸ ਬੇਨਤੀ ਕਰਦਾ ਕਿ ਪੰਜਾਬੀਆਂ ਦੀ ਤੇ ਦੇਸ਼ ਵਾਸੀਆਂ ਦੀ ਚੜ੍ਹਦੀ ਕਲਾ ਹੋਏ। ਆਹ ਸਾਲ ਬਹੁਤ ਖੁਸ਼ੀਆਂ ਭਰਾ ਸਾਲ ਹੋਏ। ਜਿੰਨੀਆਂ ਵੀ ਮੁਸ਼ਕਲਾਂ ਸਾਰੀਆਂ ਟਲ ਜਾਣ। ਆ ਜਿਹੜੀ ਕਰੋਨਾ ਦੀ ਮਾਰਾਮਾਰੀ ਨਾਲ ਪਿਛਲੇ 2 ਸਾਲ ਬਹੁਤ ਨੁਕਸਾਨ ਦੇਸ਼ ਦਾ ਤੇ ਦੁਨੀਆ ਦਾ ਹੋਇਆ ਹੈ, ਉਹ ਵੀ ਐਕਟੀ ਉਹਦਾ ਬਚਾ ਰਹੇ
ਤੇ ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਰਹੇ। ਮੈਂ ਇਹ ਅਰਦਾਸ ਬੇਨਤੀ ਕਰਦਾ। ਵਿਕਰਮ ਮਜੀਠੀਆ ਦੇ ਹੱਕ 'ਚ ਸੜਕਾਂ ਤੇ ਉਤਰੇ ਯੂਥ ਅਕਾਲੀ ਦਲ ਦੇ ਵਰਕਰ। ਅਕਾਲੀ ਆਗੂ ਅਤੇ ਮਜੀਠਾ ਤੋਂ ਵਿਧਾਇਕ ਵਿਕਰਮ ਮਜੀਠੀਆ ਖਿਲਾਫ ਦਰਜ ਕੀਤੇ ਗਏ ਪਰਚੇ ਦੇ ਵਿਰੋਧ 'ਚ ਅੱਜ ਯੂਥ ਅਕਾਲੀ ਦਲ ਦੇ ਆਗੂ ਅਤੇ ਸਮਰਥਕ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਇਕੱਤਰ ਹੋਏ ਹਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਕਿਰਨਪ੍ਰੀਤ ਸਿੰਘ ਮੋਨੂ ਨੇ ਦੱਸਿਆ ਹੈ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਵਿਕਰਮ ਮਜੀਠੀਆ ਵਿਰੁੱਧ ਦਰਜ ਕੀਤੇ ਗਏ ਪਰਚੇ ਖਿਲਾਫ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਦੇ ਬੀਤੇ ਦਿਨੀ ਹੋਈ ਮੀਟਿੰਗ ਵਿੱਚ ਲਏ ਫੈਸਲੇ ਤਹਿਤ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੋਂ ਰੋਸ ਮਾਰਚ ਕੱਢੇ ਗਏ ਹਨ ਅਤੇ ਹੁਕਮਰਾਨ ਸਰਕਾਰ ਦੇ ਖਿਲਾਫ ਪੁਤਲਾ ਫੂਕ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਮਜੀਠੀਆ ਤੇ ਦਰਜ ਕੀਤਾ ਪਰਚਾ ਰੱਦ ਕੀਤਾ ਜਾਵੇ ਅਤੇ ਇਸ ਗੈਰ ਕਾਨੂੰਨੀ ਤਰੀਕੇ ਨਾਲ ਸਰਕਾਰੀ ਤੰਤਰ ਦੀ ਵਰਤੋਂ ਕਰਨ ਦੀ ਮੌਜੂਦਾ ਕਾਂਗਰਸ ਸਰਕਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਫਸਰਾਂ ਦੀ ਇਨਕੁਆਇਰੀ ਕਰਕੇ ਇਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਇਹਨਾਂ ਵੱਲੋਂ ਇਹ ਕੇਸ ਵਿਧਾਨ ਸਭਾ ਦੀ ਹੋਣ ਜਾ ਰਹੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇਹ ਬਿਲਕੁਲ ਸਿਆਸਤ ਤੋਂ ਪ੍ਰੇਰਿਤ ਗਿਣੀ ਮਿੱਥੀ ਸਾਜ਼ਿਸ਼ ਹੈ। ਯੂਥ ਅਕਾਲੀ ਦਲ ਡਟ ਕੇ ਵਿਕਰਮ ਮਜੀਠੀਆ ਨਾਲ ਖੜਾ ਹੈ ਅਤੇ ਸਰਕਾਰ ਦੇ ਹਰ ਤਰੀਕੇ ਦੇ ਸਿਆਸੀ ਰੰਜਿਸ਼ ਕਾਰਵਾਈ ਦਾ ਵਿਰੋਧ ਕਰੇਗਾ। ਲੋਟੂ ਸਰਕਾਰ ਮੁਰਦਾਬਾਦ, ਚੰਨੀ ਸਰਕਾਰ ਮੁਰਦਾਬਾਦ, ਲੋਟੂ ਸਰਕਾਰ ਮੁਰਦਾਬਾਦ, ਝੂਠੇ ਪਰਚੇ ਰੱਦ ਕਰੋ, ਝੂਠੇ ਪਰਚੇ ਰੱਦ ਕਰੋ, ਚੰਨੀ ਸਰਕਾਰ ਮੁਰਦਾਬਾਦ, ਲੋਟੂ ਸਰਕਾਰ ਮੁਰਦਾਬਾਦ। ਰੱਦ ਕਰੋ, ਰੱਦ ਕਰੋ, ਬੰਦ ਕਰੋ, ਬੰਦ ਕਰੋ, ਮੁਰਦਾਬਾਦ, ਮੁਰਦਾਬਾਦ, ਹਾਏ 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 ਹਾਏ, ਸਿਆਸੀ ਬਦਲਾਖੋਰੀ ਬੰਦ ਕਰੋ, ਬੰਦ ਕਰੋ, ਬੰਦ ਕਰੋ, ਸਿਆਸੀ ਬਦਲਾਖੋਰੀ ਬੰਦ ਕਰੋ, ਬੰਦ ਕਰੋ, ਬੰਦ ਕਰੋ, ਧੱਕੇਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ, ਧੱਕੇਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ, ਚੰਨੀ ਸਰਕਾਰ ਮੁਰਦਾਬਾਦ, 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 ਨਵਜੋਤ ਸਿੱਧੂ ਮੁਰਦਾਬਾਦ, ਨਵਜੋਤ ਸਿੱਧੂ ਮੁਰਦਾਬਾਦ, ਰਾਜਾ ਸਿੰਘ ਮੁਰਦਾਬਾਦ, ਰਾਜਾ ਸਿੰਘ ਮੁਰਦਾਬਾਦ, ਸੁਖੀ ਰੰਧਾਵਾ ਮੁਰਦਾਬਾਦ, ਸੁਖੀ ਰੰਧਾਵਾ ਮੁਰਦਾਬਾਦ, ਸਰਦਾਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ, ਸਰਦਾਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ, ਸਰਦਾਰ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ, ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ ਤੇ ਹੋਰ ਵਧੇਰੇ ਖਬਰਾਂ ਲਈ ਜੁੜੇ ਰਹੋ ਇੰਡੀਆ ਪਲੱਸ USA ਦੇ ਨਾਲ।